ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਇੱਕ ਤਾਂ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ ਦੇ ਉੱਤੇ ਯੂ ਟਰਨ ਮਾਰਿਆ। ਉਹੀ ਬਿੱਲ ਜਿਹਨੂੰ ਲੈ ਕੇ ਕਿਸਾਨਾਂ ਦੇ ਨਾਲ ਚਰਚਾ ਹੋਈ ਸੀ। ਉਦੋਂ ਕਿਹਾ ਸੀ ਕਿ ਇਸ ਬਿੱਲ ਨੂੰ ਅਸੀਂ ਵਾਪਸ ਲੈ ਲਾਂਗੇ, ਪਰ ਹੁਣ ਫਿਰ ਤੋਂ ਸੂਬਿਆਂ ਨੂੰ ਭੇਜਿਆ ਗਿਆ ਕਿ ਇਹਦੇ ਤੇ ਆਪਣਾ ਸੁਝਾਅ ਦਿਓ। ਅਗਲੇ ਸੈਸ਼ਨ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਬੜਾ ਰੌਲਾ ਰੱਪਾ ਪੈ ਰਿਹਾ। ਇਸ ਸਭ ਦੇ ਵਿਚਾਲੇ ਇੱਕ ਸਿੱਧੀ ਅਦਾਇਗੀ ਦਾ ਮਸਲਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ। ਡਾਕਟਰ ਦਰਸ਼ਨਪਾਲ ਜਿਹੜੇ ਕਿਸਾਨ ਆਗੂ ਨੇ, ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਮੂਹਰਲੀ ਕਤਾਰ ਦੇ ਵਿੱਚ ਨੇ। ਏਦਾਂ ਕਹਿ ਲਓ ਕਿ ਕਿਸਾਨ ਜਥੇਬੰਦੀਆਂ ਦੇ ਇੱਕ ਮਾਈਂਡ ਵਜੋਂ ਵੀ ਕੰਮ ਕਰਦੇ ਨੇ ਸੰਯੁਕਤ ਕਿਸਾਨ ਮੋਰਚੇ ਵਿੱਚ। ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਧੀ ਅਦਾਇਗੀ ਠੀਕ ਆ, ਪਰ ਇਹ ਸਮਾਂ ਸਹੀ ਨਹੀਂ। ਪਰ ਬਾਕੀ ਕਿਸਾਨ ਆਗੂ ਇਹ ਗੱਲ ਕਹਿੰਦੇ ਨੇ ਕਿ ਸਿੱਧੀ ਅਦਾਇਗੀ ਕਿਸੇ ਵੀ ਹਾਲਤ ਵਿੱਚ ਅਸੀਂ ਪ੍ਰਵਾਨ ਨਹੀਂ ਕਰਨੀ, ਆੜਤੀਏ ਹੀ ਪੈਸੇ ਦੇਣਗੇ। ਇਹ ਵੀ ਇੱਕ ਵੱਡਾ ਮਸਲਾ ਹੈ। ਇਸ ਤੋਂ ਇਲਾਵਾ ਰਕੇਸ਼ ਟਕੈਤ ਹੋਣਾ ਦੀ ਗੱਡੀ ਤੇ ਹਮਲਾ ਹੋਇਆ। ਗੁਰਨਾਮ ਸਿੰਘ ਚੜੂਨੀ ਦਾ ਬਿਆਨ ਸਾਹਮਣੇ ਆਇਆ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲੋਂ ਨਾਲ ਦੀਪ ਸਿੱਧੂ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਕਿਸੇ ਵੀ ਤਰ੍ਹਾਂ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਬਣੇਗਾ। ਉਸ ਧਿਰ ਨੂੰ ਜਵਾਬ ਹੈ ਜਿਹੜੀ ਧਿਰ ਲਗਾਤਾਰ ਕਹਿ ਰਹੀ ਹੈ ਕਿ ਦੀਪ ਸਿੱਧੂ ਨੂੰ ਮੋਰਚੇ ਦੇ ਵਿੱਚ ਸ਼ਾਮਲ, ਤੇਜ ਦੇ ਵਿੱਚ ਸ਼ਾਮਲ ਕੀਤਾ ਜਾਏ। ਕੱਲ ਨੂੰ ਇਹ ਲੋਕ ਕਹਿਣਗੇ ਕਿ ਇਹਨਾਂ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਉਹ ਆਪਣੇ ਆਗੂ ਜਿਨ੍ਹਾਂ ਨੂੰ ਇਹ ਮੰਨ ਰਹੇ ਨੇ ਕਿ ਉਹਨਾਂ ਨੂੰ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਵੀ ਲੈ ਕੇ ਜਾਓ, ਜਿਹਦਾ ਵੈਸੇ ਮੇਰੇ ਹਿਸਾਬ ਨਾਲ ਕੋਈ ਤੁਕ ਨਹੀਂ ਬਣਦਾ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋਂ ਨਾਲ ਹੋਣਗੀਆਂ, ਜਿਵੇਂ ਸਿਆਸਤ ਦੇ ਵਿੱਚ ਜੋ ਕੁਝ ਚੱਲ ਰਿਹਾ। ਤੇ ਜਿਹੜੇ ਸ਼ਵੇਤ ਮਲਿਕ ਨੇ, ਭਾਜਪਾ ਦੇ ਪੰਜਾਬ ਦੇ ਸੂਬਾ ਪ੍ਰਧਾਨ, ਉਹਨਾਂ ਨੇ ਕਾਂਗਰਸੀਆਂ ਨੂੰ ਚੈਲੰਜ ਕੀਤਾ ਕਿ ਤੁਸੀਂ ਇੱਕ ਵਾਰ ਇਸ ਗੱਲ ਨੂੰ ਲੈ ਕੇ ਆਪਣਾ ਬਿਆਨ ਜਾਰੀ ਕਰੋ। ਚੁਣੌਤੀ ਹੈ ਕਿ ਤੁਸੀਂ ਖੇਤੀ ਕਾਨੂੰਨਾਂ ਦੀ ਵਕਾਲਤ ਨਹੀਂ ਕੀਤੀ। ਇਹ ਵੀ ਇੱਕ ਵੱਡਾ ਮਸਲਾ। ਸਾਰਿਆਂ ਦੀ ਬਿੱਲੀ ਜਿਹੜੀ ਹੈ ਉਹ ਥੈਲਿਓਂ ਬਾਹਰ ਆਉਣ ਵਾਲੀ ਹੈ ਜੇ ਇਸ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਕੋਈ ਦਿੰਦਾ। ਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਹੋਰ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਨਾਮ ਦਾ ਐਲਾਨ ਕਰ ਦਿੱਤਾ। ਹੁਣ ਤੱਕ ਕੁੱਲ 4 ਉਮੀਦਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਐਲਾਨ ਦਿੱਤੇ ਗਏ ਨੇ। ਹਾਲਾਂਕਿ ਬਾਕੀ ਪਾਰਟੀਆਂ ਨੇ ਆਪਣੇ ਪੱਤੇ ਨਹੀਂ ਖੋਲੇ, ਪਰ ਅਕਾਲੀ ਦਲ ਲਗਾਤਾਰ ਆਪਣੇ ਸੀਨੀਅਰ ਆਗੂਆਂ ਨੂੰ ਜਿਹੜਾ ਉਹ ਅੱਗੇ ਲਿਆਉਣ ਦੀ ਚਾਰਾਜੋਈ ਦੇ ਵਿੱਚ ਲੱਗਿਆ ਹੋਇਆ। ਇਸ ਤੋਂ ਇਲਾਵਾ ਹੋਰ ਵੀ ਖਬਰਾਂ ਹੋਣਗੀਆਂ। ਪਰਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਲੋਕ ਰਾਜ ਚੈਨਲ ਪੰਜਾਬ। ਧੰਨਵਾਦ ਸੁਖਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਰਵਿੰਦਰ ਜੀ, ਸਭ ਤੋਂ ਪਹਿਲਾਂ ਬਿਜਲੀ ਸੋਧ ਬਿੱਲ ਨੂੰ ਕਿੱਦਾਂ ਦੇਖਦੇ ਹੋ? ਕਿ ਕਿਸਾਨਾਂ ਨਾਲ ਗੱਲਬਾਤ ਹੋਈ, ਉਦੋਂ ਤਾਂ ਕਹਿੰਦੇ ਸੀ ਕਿ ਅਸੀਂ ਲਾਗੂ ਨਹੀਂ ਕਰਦੇ, ਚਲੋ ਹੁਣ ਕਹਿੰਦੇ ਜਿਆਣੀ ਸਾਹਿਬ ਦਾ ਮੈਂ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਵੀ ਜਦੋਂ ਗੱਲਬਾਤ ਸਿਰੇ ਨਹੀਂ ਚੜੀ ਤਾਂ ਫਿਰ ਜਿਹੜਾ ਇਹ ਸਰਕਾਰ ਦੇ ਜਿਹੜੇ ਕੰਮ ਨੇ ਉਹ ਤਾਂ ਏਦਾਂ ਹੀ ਚੱਲਦੇ ਰਹਿਣਗੇ, ਤਾਂ ਉਹਨਾਂ ਨੇ ਕਰਨਾ ਹੀ ਹੈ। ਕਹਿੰਦੇ ਦੇਖੋ, ਜਦੋਂ ਪਹਿਲਾਂ ਇਹਨਾਂ ਨੇ ਬਿਜਲੀ ਸੋਧ ਬਿੱਲ ਲੈ ਕੇ ਆਉਣਾ ਸੀਗਾ, ਜਾਂ ਕਹਿ ਲਓ ਕਿ ਇੱਕ ਤਰ੍ਹਾਂ ਦਾ ਥੋਪਣਾ ਹੀ ਸੀਗਾ, ਤੇ ਉਹਦਾ ਵੀ ਵਿਰੋਧ ਹੋਇਆ ਸੀਗਾ ਪਹਿਲਾਂ। ਇਹ ਇਸ ਕਰਕੇ ਉਹਨਾਂ ਨੂੰ ਰੁਕਣਾ ਪਿਆ ਕਿ ਕਾਲੇ ਕਾਨੂੰਨ ਜਿਹੜੇ ਹੈਗੇ ਉਹਨਾਂ ਦਾ ਵੀ ਸੰਘਰਸ਼ ਚੱਲ ਰਿਹਾ ਸੀਗਾ। ਤੇ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਜਿਹੜਾ ਨਵੀਂ ਗੱਲ ਆਈ ਹੈ ਕੇਂਦਰ ਵੱਲੋਂ, ਉਹ ਇਹੀ ਆਈ ਹੈ ਕਿ ਅਗਲੇ ਸਦਨ ਦੇ ਵਿੱਚ ਦੁਬਾਰਾ ਫੇਰ ਆ ਜਿਹੜਾ ਬਿਜਲੀ ਸੋਧ ਬਿੱਲ ਹੈਗਾ, ਉਹ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਇਹਨੂੰ ਪਾਸ ਹੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇੱਕ ਸਰਸਰੀ ਤੌਰ ਤੇ ਆਪਾਂ ਕਹਿ ਲਓ ਕਿ ਇੱਕ ਜੋ ਰਵਾਇਤ ਹੁੰਦੀ ਹੈ ਜਾਂ ਰਾਜਾਂ ਦੇ ਵਿੱਚ ਭੇਜਣ ਦੀ ਗੱਲ ਕੱਲ ਨੂੰ ਉੱਠੇ ਨਾ ਕਿ ਰਾਜਾਂ ਦੇ ਸੁਝਾਅ ਨਹੀਂ ਲਏ ਗਏ ਜੀ, ਜਾਂ ਰਾਜਾਂ ਦੀ ਸਲਾਹ ਨਹੀਂ ਲਿੱਤੀ ਗਈ। ਹਾਲਾਂਕਿ ਰਾਜਾਂ ਦੀ ਮੰਨਣੀ ਕਿਹਨੇ ਆ, ਪਰ ਉਹਨਾਂ ਨੂੰ ਇੱਕ ਇਸ ਗੱਲ ਤੋਂ ਬਚਣ ਦੇ ਲਈ ਰਾਜਾਂ ਦੇ ਵਿੱਚ ਇੱਕ ਗੱਲ ਫੈਲਾ ਦਿੱਤੀ ਕਿ ਤੁਹਾਡੇ ਕੋਲੋਂ ਸੁਝਾਅ ਮੰਗੇ ਜਾਂਦੇ ਨੇ, ਅਗਲੇ ਸਦਨ ਦੇ ਵਿੱਚ ਪੇਸ਼ ਕਰਕੇ ਪਾਸ ਕਰਨਾ ਹੈਗਾ। ਤਾਂ ਪੰਜਾਬ ਨੇ ਤਾਂ ਆਪਣਾ ਪੱਖ ਕਲੀਅਰ ਕਰਤਾ ਕਿ ਪੰਜਾਬ ਜਿਹੜਾ ਹੈਗਾ ਜੇ ਕੇਂਦਰੀ ਬਿਜਲੀ ਸੋਧ ਬਿੱਲ ਹੈ ਜਿਹੜੀ, ਉਹਦੇ ਵਿੱਚ ਪੱਖ 'ਚ ਨਹੀਂ ਹੈਗਾ, ਉਹਨੂੰ ਨਾ ਪੇਸ਼ ਕੀਤਾ ਜਾਵੇ, ਨਾ ਪਾਸ ਕੀਤਾ ਜਾਵੇ। ਲੇਕਿਨ ਜੇ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੈ ਉੱਥੋਂ ਤਾਂ ਇਹ ਬਿੱਲ ਪਾਸ ਹੋਣ ਦੀ ਗੱਲ ਆਣੀ ਹੋਈ ਆਣੀ ਆ। ਦੂਜੀ ਗੱਲ, ਜਿੱਥੇ ਇਹਨਾਂ ਦੀ ਭਾਈਵਾਲੀ ਉੱਥੋਂ ਵੀ ਆ ਜਾਣੀ ਹੈ, ਕਿਤੇ ਨਾ ਕਿਤੇ ਦਬਾਅ ਵੀ ਮੰਨਦੇ ਹੋਣਗੇ ਕੇਂਦਰ ਦਾ ਕੁਛ ਰਾਜ। ਤਾਂ ਕਵਾਇਦ ਤਾਂ ਸ਼ੁਰੂ ਕੀਤੀ ਹੈ ਸਿਰਫ ਪਾਸ ਕਰਨ ਦੀ, ਤਾਂ ਕਿ ਜਿਹੜਾ ਅੰਦੋਲਨ ਹੁਣ ਕਾਲੇ ਕਾਨੂੰਨਾਂ ਵਾਲਾ ਉੱਠਿਆ, ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਤੇ ਏਦਾਂ ਦਾ ਅੰਦੋਲਨ ਨਾ ਕੋਈ ਦੁਬਾਰੇ ਆ ਜਾਏ, ਜਾਂ ਇਹੀ ਅੰਦੋਲਨ ਹੈ ਜਿਹੜਾ ਇਹ ਨਾ ਫਿਰ ਬਿਜਲੀ ਸੋਧ ਬਿੱਲਾਂ ਦੇ ਵਿੱਚ ਨਾ ਰੇੜਕਾ ਪਾਵੇ, ਜਾਂ ਕਾਨੂੰਨ ਦੇ ਵਿੱਚ ਨਾ ਕਾਨੂੰਨੀ ਤੌਰ ਤੇ ਕੋਈ ਜਾਂਦਾ ਹੈ ਤਾਂ ਉਹਦੇ ਵਿੱਚ ਨਾ ਕੋਈ ਰੇੜਕਾ ਪਵੇ, ਕੋਈ ਰੁਕਾਵਟ ਨਾ ਪਵੇ, ਕੋਈ ਅਟਕਲ ਨਾ ਆਵੇ। ਇਸ ਕਰਕੇ ਰਾਜਾਂ ਦੇ ਸੁਝਾਅ ਜਿਹੜੇ ਨਾਲ ਲਾ ਦੇਣੇ, ਜਿੱਥੇ ਇਹਨਾਂ ਨੇ ਬਹੁਤਾਤ ਦੇ ਵਿੱਚ ਉਹਨਾਂ ਨੇ ਪੱਖ 'ਚ ਮੰਗਾਣੇ ਨੇ, ਸੋਧ ਬਿੱਲ ਦੇ ਪੱਖ 'ਚ ਵਿੱਚ ਸਲਾਹ ਮਸ਼ਵਰੇ ਮੰਗਾਣੇ ਨੇ, ਜਾਂ ਉਹਨਾਂ ਦੇ ਵਿੱਚੋਂ ਜਿਹੜੀਆਂ ਐਪਲੀਕੇਸ਼ਨ ਭੇਜੀਆਂ ਨੇ ਜਾਂ ਜਵਾਬ ਆਣੇ ਨੇ, ਉਹ ਸਾਰੇ ਸੈਂਟਰ ਦੇ ਹੱਕ 'ਚ ਹੋਣਗੇ। ਪਰਮਿੰਦਰ ਜੀ, ਇਹਦੇ ਨਾਲ ਕਿਸਾਨਾਂ ਦੀ ਮੁਸ਼ਕਲ ਕਿੱਦਾਂ ਵਧੇਗੀ ਜੇ ਬਿਜਲੀ ਸੋਧ ਬਿੱਲ ਆਉਂਦਾ? ਦੇਖੋ, ਜਿੱਦਾਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਸੀ, ਜਿਹੜੇ ਹੁਣ
ਬਿਜਲੀ ਮਹਿੰਗੀ ਹੋਣੀ ਜਾਂ ਜਿਹੜੇ ਸਬਸਿਡੀਆਂ ਹੋਣੀਆਂ ਜਾਂ ਮੋਟਰਾਂ ਦੇ ਬਿੱਲ ਨੇ ਜਾਂ ਗਰੀਬਾਂ ਦੇ ਬਿੱਲ ਨੇ, ਇਹਨਾਂ ਸਾਰਿਆਂ ਨੂੰ ਜਿਹੜਾ ਜਵਾਬਦੇਹੀ ਹੋ ਜੂਗੀ, ਉਹ ਸੈਂਟਰ ਗਵਰਨਮੈਂਟ ਕੋਲ ਜਵਾਬਦੇਹੀ ਹੋਊਗੀ। ਸੈਂਟਰ ਕੰਟਰੋਲ ਕਰੇਗਾ ਬਿਜਲੀ ਉਤਪਾਦਨ ਨੂੰ ਤੇ ਬਿਜਲੀ ਦੀ ਵੰਡਣ ਪ੍ਰਣਾਲੀ ਨੂੰ, ਸਾਰੇ ਤੇ ਨਿਗਾਹ ਰੱਖੇਗਾ। ਜਿਹੜੇ ਰਾਜ ਨੇ ਉਹਨਾਂ ਤੇ ਦਬਾਅ ਵਧੇਗਾ। ਜਿੱਥੇ ਕਿਤੇ ਹੁਣ ਕੈਪਟਨ ਅਮਰਿੰਦਰ ਸਿੰਘ ਵਰਗੇ ਜਾਂ ਅਕਾਲੀ ਦਲ ਬਾਦਲ ਵਰਗੇ ਸਬਸਿਡੀਆਂ ਦਿੰਦੇ ਆ ਜਾਂ ਬਿਜਲੀ ਖਰੀਦ ਲੈਂਦੇ ਆ ਜਾਂ ਬਿਜਲੀ ਵੇਚ ਦਿੰਦੇ ਆ, ਜਾਂ ਜਿੱਦਾਂ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੀ ਹੈ, ਕਾਰਪੋਰੇਸ਼ਨ ਬਣ ਗਈ ਆ ਤੇ ਉਹ ਬੋਰਡ ਟੁੱਟ ਗਿਆ। ਤਾਂ ਇਸ ਤਰ੍ਹਾਂ ਜਿਹੜਾ ਸੈਂਟਰ ਆਪਣੀਆਂ ਨੀਤੀਆਂ ਲਾਗੂ ਕਰੇਗਾ ਹੌਲੀ ਹੌਲੀ ਸਾਰੇ ਕਿਤੇ ਦੇ ਗਲਬੇ ਤੇ, ਚਾਹੇ ਉਹ ਬਿਜਲੀ, ਕਿਉਂਕਿ ਉਦਯੋਗ ਵਾਸਤੇ, ਖੇਤੀ ਵਾਸਤੇ, ਘਰਾਂ ਦੇ ਵਿੱਚ ਬਿਜਲੀ ਇੱਕ ਅਹਿਮ ਲੋੜ ਬਣ ਗਈ ਹੈ। ਤਾਂ ਉਹਨੂੰ ਕਾਬੂ ਦੇ ਵਿੱਚ ਰੱਖਣਾ, ਉਦਯੋਗਾਂ ਨੂੰ ਦੇਣਾ, ਕਿੰਨੀ ਵੰਡ ਦੇਣੀ ਹੈ, ਕਿਹੜੇ ਸਟੇਟ ਨੂੰ ਕਿੱਥੇ ਦੇਣੀ ਹੈ, ਉਹ ਸਾਰਾ ਕੁਝ ਇਹਨਾਂ ਦੇ ਸਾਰੇ ਕੰਟਰੋਲ ਦੇ ਵਿੱਚ ਆ ਜਾਣਾ, ਕੰਟਰੋਲ ਦੇ ਵਿੱਚ ਰੱਖਣਾ ਇਹਨਾਂ ਨੇ। ਤੇ ਇਸੇ ਲੜੀ ਦੇ ਤਹਿਤ ਵੀ ਸਾਰੀ ਚੀਜ਼ਾਂ, ਜਿੱਦਾਂ ਆਪਾਂ ਕਹਿ ਲਓ ਕਿ ਜਿਹੜੀਆਂ ਬੁੱਧੀਜੀਵੀਆਂ ਦੀਆਂ ਵਿਚਾਰਾਂ ਨੇ ਉਹ ਇਹੀ ਨੇ ਕਿ ਜਿਹੜੀ ਭਾਜਪਾ ਹੈਗੀ ਉਹ ਹਰ ਇੱਕ ਚੀਜ਼ ਨੂੰ ਜਿਹਦੇ ਤੇ ਉਤਪਾਦਨ ਹੁੰਦਾ ਜਾਂ ਜਿਹਦੇ ਰਾਹੀਂ ਬਿਜ਼ਨਸ ਚੱਲਦਾ, ਕਾਰੋਬਾਰ ਚੱਲਦੇ ਨੇ, ਜਾਂ ਜਿਹੜੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਉਹਨਾਂ ਨੂੰ ਅਹਿਮ ਲੋੜ ਹੈ ਜਿਨ੍ਹਾਂ ਚੀਜ਼ਾਂ ਦੀ, ਉਹਨਾਂ ਨੂੰ ਸਾਰਿਆਂ ਨੂੰ ਆਪਣੇ ਹੱਥ 'ਚ ਲੈਣਾ ਚਾਹੁੰਦੀ ਹੈ। ਸੋ ਉਸੇ ਤਹਿਤ ਇਹ ਬਿਜਲੀ ਸੋਧ ਬਿੱਲ ਜਿਹੜਾ ਹੈਗਾ ਉਹ ਲਿਆਂਦਾ ਆ ਰਿਹਾ, ਤਾਂ ਕਿ ਵੱਡੇ ਵੱਡੇ ਘਰਾਣਿਆਂ ਨੂੰ ਕਿਸੇ ਨਾ ਕਿਸੇ ਤਰੀਕੇ, ਕਿਸੇ ਵੀ ਨੀਤੀ ਰਾਹੀਂ ਸਿੱਧਾ ਫਾਇਦਾ ਦਿੱਤਾ ਜਾ ਸਕੇ। ਬਿਲਕੁਲ ਬਿਲਕੁਲ। ਤੇ ਇੱਕ ਹੋਰ ਇਹਦੇ ਵਿੱਚ ਗੱਲ ਮੈਂ ਪੜ੍ਹ ਰਿਹਾ ਸੀ ਕਿਤੇ, ਉਹਦੇ ਵਿੱਚ ਲਿਖਿਆ ਸੀ, ਕਹਿੰਦੇ ਜਿਹੜੀ ਸਬਸਿਡੀ ਆ ਉਹ ਖਾਤਿਆਂ 'ਚ ਸਿੱਧੀ ਆਊਗੀ, ਪੂਰਾ ਬਿੱਲ ਦੇਣਾ ਪੈਣਾ। ਉਹੀ ਰੌਲਾ ਕਹਿੰਦੇ ਕਿਤੇ ਫੇਰ ਨਾ ਪੈ ਜਾਏ ਕਿ ਸਿਲੰਡਰਾਂ ਤੇ ਸਬਸਿਡੀ ਜਿਹੜੀ ਆ ਉਹ ਖਾਤਿਆਂ ਵਿੱਚ ਆਉਂਦੀ ਹੈ। ਜਿਵੇਂ ਮੈਂ ਸੁਣਦਾ ਹੁੰਦਾ ਕਿ ਕਦੇ 200 ਆ ਗਈ, ਕਦੇ 100 ਆ ਗਈ, ਤੇ ਹੁਣ ਤਾਂ ਕਹਿੰਦੇ 10-20 ਤੱਕ ਆਈ। ਇਹਨੂੰ ਲੈ ਕੇ ਵੀ ਕਹਿੰਦੇ ਫਿਰ ਕਿਸਾਨਾਂ ਦੇ ਨਾਲ ਇੱਕ ਝਮੇਲਾ ਪੈ ਸਕਦਾ ਹੈ ਕਿ ਉਹਨਾਂ ਨੇ ਰਕਮ ਪੂਰੀ ਲੈ ਜਾਣੀ ਹੈ, ਬਿੱਲ ਪੂਰਾ ਲੈ ਜਾਣਾ, ਤੇ ਉੱਥੋਂ ਸਬਸਿਡੀ ਕਿੰਨੇ ਕੁ ਵਾਪਸ ਆਉਂਦੀ ਹੈ, ਮੁੜ ਕੇ ਆਉਂਦੀ ਹੈ ਜਾਂ ਨਹੀਂ ਆਉਂਦੀ, ਇਹ ਵੀ ਕਿਸਾਨਾਂ ਲਈ ਚਿੰਤਾਜਨਕ ਬਣ ਜਾਣੀ ਹੈ। ਅਗਲੀ ਖਬਰ ਜਿਹੜੀ ਆ ਸਿੱਧੀ ਬੰਦ ਹੀ ਕਰ ਦਿੰਦੀਆਂ ਨੇ ਸੁਖਵਿੰਦਰ, ਇਹਨਾਂ ਨੇ ਸਬਸਿਡੀਆਂ ਜਿਹੜੀਆਂ ਇਹਨਾਂ ਦੀ ਤੁੱਕ ਬਣਦੀ ਆ, ਉਹ ਤਾਂ ਇਹੀ ਗੱਲ ਹੈ ਕਿ ਸਬਸਿਡੀਆਂ ਬੰਦ ਹੀ ਕਰ ਦੇਣੀਆਂ ਨੇ। ਤੁਸੀਂ ਖੁਦ ਕਿਹਾ ਕਿ ਕਿੰਨੀ ਆਉਂਦੀ ਹੈ। ਇੱਕ ਮੈਂ ਸਿਲੰਡਰ ਬਾਰੇ ਗੱਲ ਪੜ੍ਹਦਾ ਸੀ, ਸਬਸਿਡੀ ਸਿਲੰਡਰ ਦੀ ਆਊਗੀ ਅਕਾਊਂਟ ਦੇ ਵਿੱਚ, ਉਹ ਕਹਿੰਦੇ ਜੀ 2 ਰੁਪਏ ਆਈ ਆ, 2 ਰੁਪਏ ਅਕਾਊਂਟ ਦੇ ਵਿੱਚ ਆਏ ਨੇ, ਉਹਨੂੰ ਤੁਸੀਂ ਕੀ ਕਰੋਗੇ, ਉਹ ਤਾਂ ਪੂਰਾ ਬਿੱਲੇ ਤਾਰ ਬੈਠਾ। ਤੋ ਇਹ ਚੀਜ਼ਾਂ ਜਿਹੜੀਆਂ ਸਬਸਿਡੀਆਂ ਖਤਮ ਹੀ ਕਰਨੀਆਂ ਨੇ, ਕੰਟਰੋਲ ਆਪਣੇ ਹੱਥ 'ਚ ਰੱਖਣਾ, ਰਾਜਾਂ ਦੇ ਉੱਤੇ ਭਾਰ ਵਧਾਉਣਾ ਹੈ, ਤਾਂ ਕਿ ਕੋਈ ਵੀ ਜਿਹੜੀ ਏਦਾਂ ਦੇ, ਚਾਹੇ ਉਹ ਅਕਾਲੀ ਦਲ ਨੇ ਜਾਂ ਕਾਂਗਰਸ ਪੰਜਾਬ ਦੀ ਗੱਲ ਕਰ ਰਹੇ ਆਪਾਂ, ਉਹ ਰਿਆਇਤਾਂ ਦੇ ਦਿੰਦੀ ਹੈ ਕਿ ਇਹਦੇ ਨਾਂ ਤੇ ਵੋਟਾਂ ਲੈ ਜਾਂਦੀ ਹੈ, ਉਹ ਇਸ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਇਸ ਤਰ੍ਹਾਂ ਦੀ ਗੱਲ ਨਾ ਕਰ ਸਕਣ, ਤਾਂ ਕਿ ਉਹਨਾਂ ਨੂੰ ਵੋਟਾਂ ਮਿਲੇ। ਉਹਨਾਂ ਨੂੰ ਕੇਂਦਰ ਦੀ ਸਲਾਹ ਲੈਣੀ ਪਵੇ ਪਹਿਲਾਂ, ਕੋਈ ਸਬਸਿਡੀ ਦੇਣੀ ਹੈ ਜਾਂ ਕੋਈ ਡਿਸਕਾਊਂਟ ਦੇਣਾ ਜਾਂ ਕਿਸੇ ਤਰ੍ਹਾਂ ਦਾ ਕੋਈ ਰਿਆਇਤ ਲਾਗੂ ਕਰਨੀ ਹੈ, ਸਾਰਾ ਕੁਝ ਸੈਂਟਰ ਤੋਂ ਪਹਿਲਾਂ ਪਰਮਿਸ਼ਨ ਉਹਦੇ ਦੇ ਚਰਨਾਂ 'ਚ ਬੈਠ ਕੇ ਲੈਣੀ ਪਿਆ ਕਰੂਗੀ, ਤਾਂ ਇਹ ਏਦਾਂ ਦੇ ਬਿੱਲ ਲਿਆਂਦੇ ਜਾ ਰਹੇ ਆ। ਬਿਲਕੁਲ ਬਿਲਕੁਲ। ਅਗਲਾ ਜਿਹੜਾ ਮੈਂ ਸਿੱਧੀ ਅਦਾਇਗੀ ਵਾਲਾ, ਇਹ ਵੀ ਥੋੜਾ ਕਲੀਅਰ ਕਰੋ। ਡਾਕਟਰ ਦਰਸ਼ਨਪਾਲ ਹੋਣੀ ਕਹਿੰਦੇ ਕਿ ਠੀਕ ਹੈ, ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ, ਪਰ ਸਮਾਂ ਠੀਕ ਨਹੀਂ। ਕਿਸਾਨ ਆਗੂ ਕਹਿੰਦੇ ਨੇ ਕਿ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਬਾਕੀ ਜਿਹੜੇ ਨੇ ਉਹ ਕਹਿੰਦੇ ਡਾਕਟਰ ਸਾਹਿਬ ਦੀ ਆਪਣੀ ਰਾਏ ਹੈ। ਦੇਖੋ, ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਵੀ। ਇੱਕ ਪਾਸੇ ਜੇ ਸਿੱਧੀ ਅਦਾਇਗੀ ਦੀ ਕੋਈ ਹਮਾਇਤ ਕਰਦਾ ਹੈ ਤਾਂ ਉਹ ਨਿੱਜੀ ਰਾਏ ਵੀ ਹੋ ਸਕਦੀ ਹੈ, ਕਿਉਂਕਿ ਜਿਹੜਾ ਫੈਸਲਾ ਲੈਣਾ ਜਿਹੜਾ ਇੱਕ ਸਮਾਜ ਦੇ ਲਈ ਹੁੰਦਾ ਨਾ ਸੁਖਵਿੰਦਰ, ਜਿੱਥੇ ਬਹੁਤਾਤ ਹੁੰਦੀ ਹੈ, ਕਿਸੇ ਇੱਕ ਦੇ ਪੱਖ ਦੇ ਵਿੱਚ ਨਹੀਂ ਹੁੰਦਾ ਫੈਸਲਾ, ਉਹ ਕਿਸੇ ਇੱਕ ਦੇ ਲਈ ਨਹੀਂ ਲਿਆ ਜਾ ਰਿਹਾ ਹੁੰਦਾ ਫੈਸਲਾ, ਉਹਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਨੇ, ਤਾਂ ਉਹਦੇ ਵਿੱਚ ਨਿੱਜੀ ਰਾਏ ਕਿਹਾ ਜਾ ਸਕਦਾ ਹੁੰਦਾ। ਜਦੋਂ ਤੱਕ ਪੂਰਾ ਸਮਾਜ, ਉਹ ਪੂਰਾ ਉਸ ਸਮਾਜ ਨਾਲ ਜਾਂ ਉਸ ਖਿੱਤੇ ਨਾਲ ਜਾਂ ਉਸ ਕਾਰੋਬਾਰ ਨਾਲ ਜੁੜੇ ਲੋਕ ਨੇ ਜਿਹੜੇ, ਉਹ ਆਪਣੀ ਰਾਏ ਇਕੱਠੇ ਹੋ ਕੇ ਇੱਕ ਮਤ ਨਾਲ ਨਹੀਂ ਦਿੰਦੇ, ਤੇ ਇਹ ਨਿੱਜੀ ਰਾਏ ਹੀ ਕਹੀ ਜਾ ਸਕਦੀ ਹੈ। ਕਿਉਂਕਿ ਬਾਕੀ ਕਿਸਾਨ ਆਗੂ ਨੇ ਜਿਹੜੇ ਉਹ ਦੱਸ ਰਹੇ ਨੇ ਕਿ ਪੁਰਾਣੀ ਜਿਹੜੀ ਲੜੀ ਹੈ, ਜੇ ਅਸੀਂ ਉਹਨੂੰ ਤੋੜਦੇ ਹਾਂ, ਆੜਤੀਏ ਤੇ ਕਿਸਾਨ ਦੀ ਸਾਂਝ ਟੁੱਟਦੀ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਫਿਰ ਉਹ ਇੰਨੇ 100 ਸਾਲ ਪੁਰਾਣੀ ਨੀਤੀ ਚੱਲੀ ਆ ਰਹੀ ਹੈ, ਜਿਹੜੀ ਰੀਤ ਚੱਲੀ ਆ ਰਹੀ ਹੈ, ਉਹਦੇ ਵਿੱਚ ਸੁਧਾਰ ਕਰਨ ਦੀ ਬਜਾਏ ਉਹਨੂੰ ਤੋੜਿਆ ਜਾ ਰਿਹਾ। ਤਾਂ ਫਿਰ ਇਹ ਕਾਲੇ ਕਾਨੂੰਨ ਜਿਹੜੇ ਕਹਿ ਰਹੇ ਆ, ਇਹ ਕਿਸ ਬਿਹਾਫ ਦੇ, ਆਪਾਂ ਕੀ ਕਹਿ ਲਓ, ਕਿਸ ਆਧਾਰ ਤੇ ਆਪਾਂ ਕਹਿ ਦਾਂਗੇ ਵੀ ਇਹਨਾਂ ਨੂੰ ਨਾ ਲਾਗੂ ਕਰਿਆ ਜਾਵੇ। ਇਹ ਵੀ ਤਾਂ ਪੁਰਾਣੀ ਨੀਤੀ ਨੂੰ ਤੋੜ ਰਹੇ ਨੇ। ਜੇ ਆਪਾਂ ਹੀ ਉਸ ਗੱਲ ਦੀ ਹਮਾਇਤ ਕਰਾਂਗੇ, ਕਿਸਾਨ ਹੀ ਉਸ ਗੱਲ ਦੀ ਹਮਾਇਤ ਕਰਨਗੇ ਜਿਹੜੀ ਪੁਰਾਣੀ 100 ਸਾਲ ਪੁਰਾਣੀ ਕਹਿ ਲਓ ਰੀਤ ਚੱਲੀ ਆਉਂਦੀ ਹੈ, ਤਾਂ ਕਾਲੇ ਕਾਨੂੰਨ ਵੀ ਉਸੇ ਰੀਤ ਨੂੰ ਤੋੜ ਰਹੇ ਨੇ। ਫਿਰ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਵੀ ਇਹ ਜਵਾਬਦੇਹੀ ਬਣ ਜਾਂਦੀ ਹੈ ਵੀ ਕਿਉਂ ਨਾ ਲਾਗੂ ਕਰੇ ਜਾਣ, ਜਦੋਂ ਤੁਸੀਂ ਇੱਕ ਪਾਸੇ ਕੇਂਦਰ ਦੀ ਜਿਹੜੀ ਆੜਤੀ ਔਰ ਕਿਸਾਨ ਦੀ ਸਾਂਝੇਦਾਰੀ ਤੋੜਨ ਦੀ ਗੱਲ ਆਉਂਦੀ ਆ, ਸਿੱਧੀ ਅਦਾਇਗੀ ਦੀ ਗੱਲ ਆਉਂਦੀ ਹੈ, ਆੜਤੀਆਂ ਦੇ ਰਾਹੀਂ ਨਾ ਖਰੀਦ ਕਰਨ ਦੀ ਗੱਲ ਆਉਂਦੀ ਹੈ, ਤਾਂ ਇਹਦੇ ਤੁਸੀਂ ਹਮਾਇਤੀ ਬਣਦੇ ਹੋ। ਤੇ ਓਦਾਂ ਤੁਸੀਂ ਪੱਖ ਦਿੰਦੇ ਹੋ ਕਿ ਕੇਂਦਰ ਜਿਹੜੀ ਹੈਗੀ ਉਹ ਪੁਰਾਣੀ ਨੀਤੀ ਤੋੜ ਰਿਹਾ ਜੀ, ਮੰਡੀਆਂ ਵਾਲੀ, ਇਹ ਵੀ ਤਾਂ ਚੱਲੀ ਆ ਰਹੀਆਂ, ਪੁਰਾਣੀਆਂ ਚੱਲੀਆਂ ਆ ਰਹੀਆਂ ਨੇ, ਉੱਥੇ ਕਹਿਣ ਨੂੰ ਕੁਛ ਨਹੀਂ ਬਚਣਾ। ਇਸ ਲਈ ਜਿਹੜੇ ਕਿਸਾਨ ਯੂਨੀਅਨਾਂ ਦੇ ਆਗੂ ਨੇ ਉਹ ਦਰਸ਼ਨਪਾਲ ਦੀ ਗੱਲ ਨੂੰ ਨਿੱਜੀ ਰਾਏ ਦੱਸ ਰਹੇ ਨੇ, ਤਾਂ ਕਿ ਜਿਹੜੀ ਆਹ ਖਰੀਦ ਹੈ, ਭਾਵੇਂ ਕਿ ਪੰਜਾਬ ਇਸ ਗੱਲ ਦੀ
ਹਮਾਇਤ ਨਹੀਂ ਕਰ ਰਿਹਾ। ਉਹਨਾਂ ਨੇ ਤਾਂ ਸਿੱਧੀ ਗੱਲ ਇਹ ਵੀ ਕਰਤੀ ਹੈ ਕਿ ਅਸੀਂ ਆੜ੍ਹਤੀਆਂ ਰਾਹੀਂ ਖਰੀਦ ਕਰਾਂਗੇ ਤੇ ਉਹ ਪਰ ਜਿਹੜੇ ਕਿਸਾਨ ਆਗੂ ਨੇ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਨੇ ਕਿ ਇਹ ਜਿਹੜਾ ਸਿਸਟਮ ਹੈ ਸਿੱਧੀ ਦਾਈਏ ਵਾਲਾ, ਇਹ ਨਹੀਂ ਆਉਣਾ ਚਾਹੀਦਾ। ਬਿਲਕੁਲ ਬਿਲਕੁਲ, ਕਿਤੇ ਨਾ ਕਿਤੇ ਅੱਛਾ ਜੇ ਸਿਆਸਤ ਦੀ ਗੱਲ ਕਰੀਏ ਇਹਦੇ ਵਿੱਚ, ਜਿਵੇਂ ਸ਼ਵੇਤ ਮਲਿਕ ਹੋਣਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਚੁਣੌਤੀ ਖੜੀ ਕਰ ਦਿੱਤੀ ਵਿਰੋਧੀ ਪਾਰਟੀਆਂ ਨੇ, ਜਿਹੜੇ ਕਹਿੰਦੇ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਅਸੀਂ ਇਹਦੇ ਕਿਸਾਨਾਂ ਦੇ ਨਾਲ ਆ, ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਹੀਂ ਹੈਗੇ। ਤੇ ਹੁਣ ਉਹਨਾਂ ਨੇ ਕਿਹਾ ਕਿ ਲਿਖਤੀ ਬਿਆਨ ਜਾਰੀ ਕਰਕੇ ਦੱਸੋ ਕਿ ਅਸੀਂ ਕੀ ਕੀਤਾ। ਇਹਦੇ ਨਾਲ ਕਿਹੜੀ ਮੁਸੀਬਤ ਕਿਹੜੀਆਂ ਪਾਰਟੀਆਂ ਲਈ ਖੜੀ ਹੋ ਰਹੀ ਹੈ? ਨਹੀਂ, ਇਹ ਤਾਂ ਸਾਰੇ ਸਾਹਮਣੇ ਆਉਣੇ ਚਾਹੀਦੇ ਨੇ, ਇਕੱਲੀ ਕਾਂਗਰਸ ਕਿਉਂ ਆਉਣੀ ਚਾਹੀਦੀ ਹੈ? ਕਾਂਗਰਸ ਨੇ ਬਿਲਕੁਲ ਸਹੀ ਗੱਲ ਤਾਂ ਸਹੀ ਹੈ ਉਹਨਾਂ ਦੀ। ਜੇ ਕਾਂਗਰਸ ਚਾਹੁੰਦੀ ਜਾਂ ਅਕਾਲੀ ਦਲ ਚਾਹੁੰਦਾ ਜਾਂ ਆਮ ਆਦਮੀ ਪਾਰਟੀ ਦੇ MP ਚਾਹੁੰਦੇ ਤਾਂ ਵਿਰੋਧ ਕਰ ਸਕਦੇ ਸੀ। ਵਿਰੋਧ ਤਾਂ ਕਿਸੇ ਨੇ ਜਤਾਇਆ ਨੀਗਾ। ਉਹ ਅੱਜ ਤੱਕ ਇਹ ਗੱਲ ਤੁਸੀਂ ਸੁਖਵਿੰਦਰ ਜੀ, ਸ਼ਵੇਤ ਮਲਿਕ ਨੇ ਗੱਲ ਕੀਤੀ, ਚਲੋ ਕਿਤੇ ਕਰਤੀ ਉਹਨਾਂ ਨੇ, ਤਾਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ। ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਕਾਂਗਰਸ ਦੇ ਏਦਾਂ ਕਰੇ ਤੋਂ ਹੋ ਰਿਹਾ ਵਿਰੋਧ ਇਹ, ਜਦ ਕਿ ਕਾਂਗਰਸ ਦਾ ਕੋਈ ਰੌਲਾ ਨਹੀਂ। ਗੱਲ ਤਾਂ ਹੈਗੇ ਕਿਸਾਨ ਜਿਹੜੇ ਹੈਗੇ ਨੇ ਉਹ ਵਿਰੋਧ ਨੇ ਉਹਨਾਂ ਦੇ। ਪਰ ਜੇ ਉਹਨਾਂ ਨੇ ਗੱਲ ਚੱਕੀ ਹੈ ਤਾਂ ਉਹ ਵਾਜਬ ਚੱਕੀ ਹੈ। ਪਰ ਇੱਕ ਗੱਲ ਹੋਰ ਹੈ, ਜੇ ਕਿਸੇ ਨੇ ਸੱਚੀ ਮੁੱਚੀ ਵਿਰੋਧ ਕੀਤਾ ਹੁੰਦਾ ਇਹਨਾਂ ਪਾਰਟੀਆਂ ਚੋਂ, ਚਾਹੇ ਅਕਾਲੀ ਦਲ ਹੈ ਜਾਂ ਆਮ ਆਦਮੀ ਪਾਰਟੀ ਆ ਜਾਂ ਕਾਂਗਰਸ ਹੈ, ਤਾਂ ਇਹਨਾਂ ਨੇ ਤਾਂ ਹੁਣ ਨੂੰ ਮੈਂ ਕਹਿੰਦਾ ਵੱਡੇ ਵੱਡੇ ਪੋਸਟਰ ਇਸ਼ਤਿਹਾਰ ਛਪਾ ਕੇ ਲਾ ਦੇਣੇ ਸੀ, ਪਿੰਡਾਂ ਗਲੀਆਂ ਮੁਹੱਲਿਆਂ ਰਿਕਾਰਡਿੰਗਾਂ ਜਾਰੀ ਕਰ ਦੇਣੀਆਂ ਸੀਗੀਆਂ ਹੁਣ ਤੱਕ ਕਿ ਆਹ ਦੇਖੋ ਅਸੀਂ ਇਹਨਾਂ ਦਾ ਵਿਰੋਧ ਕੀਤਾ ਸੀਗਾ। ਇਹ ਸਾਰੇ ਇੱਕੋ ਥਾਲੀ ਦੇ ਥੈਲੇ ਦੇ ਚੱਟੇ ਵੱਟੇ ਨੇ, ਕਹਿ ਸਕਦੇ ਆਪਾਂ। ਇਹਨਾਂ ਨੇ ਕਿਸੇ ਨੇ ਵਿਰੋਧਤਾ ਨਹੀਂ ਕੀਤੀ ਹੈਗੀ। ਇਹ ਸ਼ਵੇਤ ਮਲਿਕ ਤਾਂ ਕਹਿਣ ਜੇ ਇਹਨਾਂ ਨੇ ਕੀਤੀ ਹੋਵੇ, ਪਰ ਇਹਨਾਂ ਦਾ ਕਿਉਂਕਿ ਸਰਕਾਰ ਕੇਂਦਰ ਦੇ ਵਿੱਚ ਇਹਨਾਂ ਦੀ ਹੈ, ਇਹਨਾਂ ਨੇ ਲਾਗੂ ਕੀਤਾ, ਇਸ ਕਰਕੇ ਇਹ ਗੱਲ ਕਹਿ ਨਹੀਂ ਸਕਦੇ। ਇਹਨਾਂ ਨੇ ਤਾਂ ਹਮਾਇਤ ਦੇਣੀ ਆ। ਇਹ ਬਸ ਇਸ ਗੱਲ ਤੋਂ ਬਚਣ ਦੇ ਮਾਰੇ ਇਹ ਕਹਿ ਰਹੇ ਨੇ ਕਿ ਕਾਂਗਰਸ ਗੁੰਮਰਾਹ ਕਰ ਰਹੀ ਹੈ, ਕਾਂਗਰਸ ਸਾਡੇ ਤੇ ਅਟੈਕ ਕਰਾ ਰਹੀ ਹੈ, ਤੇ ਕਾਂਗਰਸ ਕਿਉਂਕਿ ਸੱਤਾ ਦੇ ਵਿੱਚ ਹੈਗੀ ਆ ਤੇ ਕਾਂਗਰਸ ਦਾ ਨਾਮ ਆ ਰਿਹਾ, ਤੇ ਕਾਂਗਰਸੀ ਬੰਦੇ ਨੇ ਜਿਹੜੇ ਉਹ ਅਟੈਕ ਕਰ ਰਹੇ ਨੇ, ਕਾਂਗਰਸੀ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ। ਨਾਲੇ ਇੱਕ ਗੱਲ ਇੱਥੇ ਇਹ ਵੀ ਉੱਠਦੀ ਹੈ ਨਾ ਵੀ ਜੇ ਇਹ ਕਹਿੰਦੇ ਨੇ ਸ਼ਵੇਤ ਮਲਿਕ ਜੀ ਕਿ ਕਾਂਗਰਸ ਆਪਣਾ ਸਪਸ਼ਟੀਕਰਨ ਦੇਵੇ, ਤਾਂ ਜੇ ਸਵਾਲ ਇਹ ਉਹਨਾਂ ਤੋਂ ਪੁੱਛਣ ਵਾਲਾ ਬਣਦਾ ਕਿ ਜੇ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਕਿ ਹਾਂ ਅਸੀਂ ਵਿਰੋਧ ਕੀਤਾ ਸੀ, ਕੀ ਤੁਸੀਂ ਖੇਤੀ ਕਾਨੂੰਨ ਫਿਰ ਵਾਪਸ ਲੈ ਲਓਗੇ? ਕਿ ਵਿਰੋਧੀ ਦੇਖੋ ਕਿੰਨੀ ਵੱਡੀ ਪੱਧਰ ਦੇ ਉੱਤੇ ਵਿਰੋਧੀਆਂ ਦੇ ਬਿਆਨ ਆ ਗਏ, ਫਿਰ ਖੇਤੀ ਕਾਨੂੰਨ ਵਾਪਸ ਲੈਂਦੇ ਕਿ ਨਹੀਂ? ਚੁਣੌਤੀ ਇਹਨਾਂ ਅੱਗੇ ਵੀ ਖੜੀ ਹੋ ਜਾਣੀ ਹੈ। ਨਹੀਂ, ਇਹਨਾਂ ਦੇ ਹੱਥ 'ਚ ਕੁਛ ਨਹੀਂ ਨਾ ਸੁਖਵਿੰਦਰ। ਇਹ ਤਾਂ ਹੱਥ ਖੜੇ ਕਰਨਗੇ, ਕਹਿੰਦੇ ਇਹ ਤਾਂ ਇਹ ਗੱਲ ਕਰਨਗੇ ਨਾ ਕਿ ਅਸੀਂ ਕਿਹੜਾ ਕਾਨੂੰਨ ਲਾਗੂ ਕੀਤੇ ਆ, ਸੈਂਟਰ ਨੇ ਕੀਤੇ ਆ। ਨਵੇਂ ਤੋਂ ਨਵਾਂ ਹਥਿਆਰ ਕੱਢ ਲਿਆਉਂਦੇ ਨੇ ਸਭ। ਇਹ ਤਾਂ ਬਸ ਇਹਨਾਂ ਨੇ ਆਪਣਾ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਪਣੀ ਜ਼ਮੀਨ ਤਲਾਸ਼ਣ ਵਾਸਤੇ ਫਿਰਦੇ ਨੇ, ਆਪਣਾ ਵਿਰੋਧ ਟਾਲਣ ਵਾਸਤੇ ਫਿਰਦੇ ਨੇ, ਆਪਣੀ ਜਿਹੜੀ, ਕਿਉਂਕਿ ਕਿਸਾਨਾਂ ਨੂੰ ਸਿੱਧੇ ਤੌਰ ਤੇ ਅਟੈਕ ਨਹੀਂ ਕਰ ਸਕਦੇ ਕਿ ਕਿਸਾਨ ਸਾਡੇ ਤੇ ਅਟੈਕ ਕਰ ਰਹੇ ਨੇ ਵੀ ਲੋਕ ਸਾਡੇ ਵਿਰੁੱਧ ਨੇ, ਕਿਉਂਕਿ ਉਹਦਾ ਹੋਰ ਪ੍ਰਭਾਵ ਜਾਣਾ ਹੈ। ਜਿਹੜੇ ਲੋਕ ਨਹੀਂ ਵੀ ਕਰ ਰਹੇ ਉਹ ਵੀ ਕਰਨ ਆ ਜਾਣਗੇ ਸੱਚੀ ਮੁੱਚੀ ਇਹ ਤਾਂ ਲੋਕਾਂ ਦੇ ਵਿਰੋਧੀ ਨੇ। ਇਸ ਕਰਕੇ ਇਹਨਾਂ ਨੇ ਕਾਂਗਰਸ ਦਾ, ਸੱਤਾ ਦੇ ਵਿੱਚ ਹੈ, ਕਾਂਗਰਸ ਦਾ ਨਾਂ ਲੈਤਾ ਕਿ ਕਾਂਗਰਸ ਗੁੰਮਰਾਹ ਕਰ ਰਹੀ ਹੈ, ਪਾਰਟੀ ਗੁੰਮਰਾਹ ਕਰ ਰਹੀ ਹੈ, ਇੱਕ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਹ ਲੋਕ ਨਹੀਂ ਗੁੰਮਰਾਹ ਹੋ ਰਹੇ, ਲੋਕ ਇਹਨਾਂ ਦੇ ਬਿਲਕੁਲ। ਤੇ ਰਾਕੇਸ਼ ਟਕੈਤ ਤੇ ਜਿਹੜਾ ਹਮਲਾ ਹੋਇਆ ਉਹਨੂੰ ਕਿੱਦਾਂ ਦੇਖਦੇ ਹੋ? ਕਿ ਜਿਵੇਂ ਮੈਂ ਧਿਆਨ ਵਿੱਚ ਆ ਰਿਹਾ ਸੀ ਕਿ ਅਰੁਣ ਨਾਰੰਗ ਹੋਣਾ ਤੇ ਹਮਲਾ ਹੋਇਆ, ਤਾਂ ਮਤਲਬ ਵੱਡੇ ਪੱਧਰ ਦੇ ਉੱਤੇ ਉਹ ਬਾਹਰ ਨਿਕਲ ਕੇ ਸਾਹਮਣੇ ਆਏ, BJP ਵਾਲੇ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ। ਹੁਣ ਰਾਕੇਸ਼ ਟਕੈਤ ਤੇ ਹਮਲਾ ਹੋ ਜਾਂਦਾ, ਉਹ ਵੀ ਕਹਿੰਦੇ ਕਿਤੇ ਨਾ ਕਿਤੇ ਤਾਰ ਭਾਜਪਾ ਨਾਲ ਜੋੜੇ ਜਾ ਰਹੇ ਨੇ। ਦੇਖੋ ਤਾਂ ਜੋੜ ਹੀ ਰਹੇ ਨੇ। ਜਿਹੜਾ ਬੰਦਾ ਉੱਥੇ ਦੇਖਿਆ ਗਿਆ ਅਟੈਕ ਕਰਨ ਵਾਲਾ ਜਾਂ ਗੱਡੀ ਹੈ ਜਿਹੜੀ, ਉਹ ਭਾਜਪਾ ਆਗੂਆਂ ਦੀ ਕਹੀ ਜਾ ਰਹੀ ਹੈ, ਤੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਬੰਦਾ ਹੈਗਾ ਉਹ ਅਖਿਲ ਭਾਰਤੀ ਜਿਹੜਾ ਵਿਸ਼ਵ ਪਰਿਸ਼ਦ ਹੈਗਾ ਉਹਦਾ ਕਾਰਕੁਨ, ਵਿਦਿਆਰਥੀ ਪਰਿਸ਼ਦ ਜਿਹੜੀ ਹੈਗੀ ਆ ਉਹਦਾ ਕਾਰਕੁਨ ਆ, ਉਹਦਾ ਆਗੂ ਹੈ ਕੋਈ, ਉਹ ਜਿਹੜਾ ਅਟੈਕ ਕਰ ਰਿਹਾ ਤੇ ਉਹਦੇ ਤੇ ਉਹ ਭਾਜਪਾ ਦਾ ਸਿੱਧਾ ਨਾਮ ਆ ਰਿਹਾ ਦੇ ਵਿੱਚ। ਹੁਣ ਦੇਖਣਾ ਤਾਂ ਇਹ ਬਣਦਾ ਹੈ ਕਿ ਜਿਹੜਾ ਬੰਦਾ ਆਪਣੇ ਹੱਕਾਂ ਦੇ ਲਈ ਲੜ ਰਿਹਾ ਹੈ, ਜਿਹੜਾ ਆਪਣੇ ਹੱਕ ਮੰਗ ਰਿਹਾ, ਕੇਵਲ ਤੇ ਕੇਵਲ ਜਿਹੜਾ ਪਾਰਟੀ ਦਾ ਵਿਰੋਧ ਕਰ ਨਹੀਂ ਰਿਹਾ, ਬਕਾਇਦਾ ਤੌਰ ਤੇ ਬਿਆਨ ਦੇ ਰਿਹਾ, ਉਹ ਬਕਾਇਦਾ ਤੌਰ ਤੇ ਬਿਆਨ ਦੇ ਰਿਹਾ ਰਾਕੇਸ਼ ਟਕੈਤ ਕਿ ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ, ਮੈਂ BJP ਦਾ ਵਿਰੋਧੀ ਨਹੀਂ, ਮੈਂ ਨੀਤੀ ਦਾ ਵਿਰੋਧੀ ਹਾਂ, ਮੈਂ ਕਾਲੇ ਕਾਨੂੰਨਾਂ ਦਾ ਵਿਰੋਧੀ ਹਾਂ, ਉਹਨਾਂ ਨੂੰ ਵਾਪਸ ਲੈ ਲਓ। ਤੇ ਉਹਨਾਂ ਤੇ ਅਟੈਕ ਕਰਨ ਦਾ ਮਤਲਬ ਕੀ ਹੈ? ਜੇ ਭਾਜਪਾ ਤੇ ਇੱਕ ਅਟੈਕ ਹੁੰਦਾ, ਕਿਸੇ MLA ਤੇ ਅਟੈਕ ਹੁੰਦਾ, ਜਾਂ ਕਿਸੇ ਨੂੰ ਵੜਨ ਨਹੀਂ ਦਿੱਤਾ ਜਾਂਦਾ, ਜਾਂ ਕਿਸੇ ਨੂੰ ਹੈਲੀਕਾਪਟਰ ਨਹੀਂ ਕਿਸੇ ਦਾ ਉਤਰਨ ਦਿਆ ਜਾਂਦਾ ਲੋਕਾਂ ਦੇ ਵੱਲੋਂ, ਤਾਂ ਇਹਦੇ ਵਿੱਚ ਕਸੂਰ ਉਹਨਾਂ ਦਾ, ਉਹਨਾਂ ਨੀਤੀਆਂ ਉਹਨਾਂ ਦੀਆਂ ਨੇ, ਉਹ ਕਾਲੇ ਕਾਨੂੰਨ ਲੈ ਕੇ ਆ ਰਹੇ ਨੇ, ਇਹਦਾ ਬਦਲਾ ਥੋੜੀ ਲੈਣਗੇ ਹੁਣ ਉਹ ਵੀ। ਹਾਂ, ਜੇ ਰਾਕੇਸ਼ ਟਕੈਤ ਲੱਗਦਾ ਕਿ ਭਾਜਪਾ ਦੇ ਵਿਰੁੱਧ ਹੈ ਤਾਂ ਭਾਜਪਾ ਦੇ ਵਿਰੁੱਧ ਕਾਲੇ ਕਾਨੂੰਨਾਂ ਕਰਕੇ ਆ। ਹੋਰ ਉਹਨੇ ਕਿਹੜਾ ਕੋਈ ਪੋਲੀਟੀਕਲ ਪਾਰਟੀ ਬਣਾਈ ਹੋਈ ਹੈ, ਜਾਂ ਉਹਨੇ ਕਿਹੜਾ ਚੋਣਾਂ ਲੜਨੀਆਂ ਨੇ? ਹਾਂ, ਉਹਨਾਂ ਦੇ ਉਮੀਦਵਾਰਾਂ ਦੇ ਅਗੇਂਸਟ ਖੜਾ ਜਾ ਕੇ ਉਹ ਹਰਾ ਰਿਹਾ ਉਹਨਾਂ ਨੂੰ। ਲੋਕ ਵਿਰੋਧ ਕਰ ਰਹੇ ਨੇ, ਲੋਕਾਂ ਦਾ ਆਗੂ ਆ ਉਹ, ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਉੱਥੇ ਖੜ ਕੇ ਉਹ, ਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ। ਤੇ ਹੁਣ ਜਿਵੇਂ
307 ਦੇ ਜਾਂ ਹੋਰਾਂ ਦੇ ਹੋਰ ਧਾਰਾਵਾਂ ਲਾ ਕੇ ਲੋਕਾਂ ਦੇ ਪਰਚੇ ਦਰਜ ਕੀਤੇ ਗਏ ਨਹੀਂ ਕਿ ਨਾਰੰਗ ਨੂੰ ਏਦਾਂ ਧੱਕਾ ਕੀਤਾ ਸੀ ਜਾਂ ਨੰਗਾ ਕਰਤਾ ਸੀਗਾ ਜਾਂ ਉਹਦੇ ਤੇ ਹਮਲਾ ਹੋਇਆ ਜਾਂ ਹੈਲੀਕਾਪਟਰ ਨੇ ਉਤਰਨ ਦਿਆ ਪਰਚੇ ਦਰਜ ਹੋਏ ਨੇ, ਤਾਂ ਕੀ ਹੁਣ ਇਹਨਾਂ ਤੇ ਹੋਣਗੇ? ਕੀ ਇਹਨਾਂ ਤੇ ਇਰਾਦਾ ਕਤਲ ਦੇ ਪਰਚੇ ਦਰਜ ਹੋਣਗੇ? ਹੁਣ ਦੇਖਣਾ ਪਊਗਾ। ਜੇ ਨਹੀਂ ਹੁੰਦੇ ਤਾਂ ਸਿੱਧੇ ਤੇ ਸਿੱਧੇ ਤੌਰ ਤੇ ਇਹ ਵੀ ਭਾਜਪਾ ਗੁੰਡਾਗਰਦੀ ਨੂੰ ਸ਼ਹਿ ਦੇ ਰਹੀ ਹੈ, ਹੁਣ ਅੱਗੇ ਹੋਰ ਧੱਕਾ ਕਰਨ ਦੀ ਇਹ ਨਾ। ਬਿਲਕੁਲ ਅਗਲੀ ਖਬਰ ਵੀ ਨਿਰੰਤਰ ਜਿਹੜੀ ਆ ਉਹ ਭਾਜਪਾ ਨਾਲ ਜੁੜਦੀ ਆ ਰਹੀ ਹੈ ਕਿ ਅਸਮ ਦੇ ਵਿੱਚ ਜਿਹੜੀ ਕਹਿੰਦੇ ਈਵੀਐਮ ਮਸ਼ੀਨ ਫੜੀ ਗਈ ਹੈ ਗੱਡੀ ਵਿੱਚੋਂ, ਉਹਨੂੰ ਲੈ ਕੇ ਵੀ ਭਾਜਪਾ ਨੂੰ ਹੱਥਾਂ ਪੈਰਾਂ ਦੀ ਪਈ। ਚੋਣ ਕਮਿਸ਼ਨ ਨੇ ਬੰਦੇ ਮੁਅੱਤਲ ਕਰ ਦਿੱਤੇ ਜਿਹੜੇ ਅਧਿਕਾਰੀ ਸੀ, ਤੇ ਅਮਿਤ ਸ਼ਾਹ ਨੇ ਕਿਹਾ ਕਿ ਚੋਣ ਕਮਿਸ਼ਨ ਜਿਹੜਾ ਇਲੈਕਸ਼ਨ ਕਮਿਸ਼ਨ ਇਹਦੀ ਜਾਂਚ ਕਰਵਾਏ। ਬੜਾ ਹੈਰਾਨੀਜਨਕ ਜਿਹਾ ਮਾਮਲਾ ਹੈ ਕਿ ਈਵੀਐਮ ਦੇ ਉੱਤੇ ਪਹਿਲਾਂ ਕਹਿੰਦੇ ਸੀ ਕਬਜ਼ਾ ਕਰ ਲੈਂਦੇ ਨੇ, ਹੁਣ ਤਾਂ ਉਹਨੂੰ ਗਾਇਬ ਵੀ ਕਰ ਦਿੰਦੇ ਨੇ, ਈਵੀਐਮ ਨੂੰ ਚੱਕ ਕੇ ਲੈ ਜਾਣਾ। ਬਿਲਕੁਲ, ਇਹ ਜਿਹੜਾ ਪਹਿਲਾਂ ਦੋਸ਼ ਲੱਗਦੇ ਸੀ ਹੁਣ ਵੀ ਦੋਸ਼ ਲੱਗਦੇ ਆ ਰਹੇ ਨੇ, ਹੁਣ ਤਾਂ ਸਾਬਤ ਹੀ ਹੋਣ ਲੱਗੇ ਹੁਣ ਗੱਡੀਆਂ ਦੇ ਵਿੱਚੋਂ। ਹਾਲਾਂਕਿ ਜਿਹੜਾ ਉਹ ਉਮੀਦਵਾਰ ਹੈ ਕ੍ਰਿਸ਼ਨੇਂਦੂ ਪਾਲ ਹੈਗਾ, ਉਹ ਕਹਿੰਦਾ ਕਿ ਅਧਿਕਾਰੀ ਨੇ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਦੀ ਗੱਡੀ ਖਰਾਬ ਹੋ ਗਈ ਸੀ, ਮੇਰੇ ਭਰਾ ਦੀ ਗੱਡੀ 'ਚ ਉਹਨਾਂ ਨੇ ਲਿਫਟ ਦਿੱਤੀ ਸੀ, ਸਟਰਾਂਗ ਰੂਮ ਤੱਕ ਪਹੁੰਚਾਉਣੀ ਸੀ ਈਵੀਐਮ। ਦੇਖੋ ਤੁਸੀਂ, ਤੇ ਪ੍ਰਾਈਵੇਟ ਕਿਸੇ ਗੱਡੀ ਉਹਨਾਂ ਦੇ ਕੋਲ ਇਹਨਾਂ ਦੇ ਉਮੀਦਵਾਰਾਂ ਦੀ ਗੱਡੀਆਂ ਹੀ ਸੀਗੀਆਂ, ਉਹਨਾਂ ਦੇ ਕੋਲ ਕਿਹੜਾ ਅਧਿਕਾਰੀਆਂ ਕੋਲ ਫੋਨ ਨੰਬਰ ਸੀਗੇ ਹੋਰ ਅਧਿਕਾਰੀਆਂ ਦੇ, ਜਾਂ ਉਹਨਾਂ ਨੂੰ ਕਿਹੜਾ ਕੋਈ ਹੋਰ ਗੱਡੀ ਮੁਹੱਈਆ ਕਰਵਾ ਦਿੱਤੀ ਜਾਂਦੀ ਸੀ, ਜਾਂ ਏਦਾਂ ਦਾ ਕੋਈ ਪ੍ਰਬੰਧ ਹੋ ਸਕਦਾ ਹੋਵੇ ਹੀ ਨਾ। ਗੱਲਾਂ ਇਹ ਕਰਦੇ ਨੇ ਜਿਵੇਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕਿ ਹੋਰਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ। ਜੇ ਕਿਸੇ ਦੀ ਗੱਡੀ ਖਰਾਬ ਹੋ ਗਈ ਤਾਂ ਉਹਦਾ ਸਭ ਤੋਂ ਪਹਿਲਾ ਫਰਜ਼ ਬਣਦਾ ਆਪਣੇ ਮਹਿਕਮੇ ਨੂੰ ਦੱਸਣਾ। ਤੇ ਪੁਲਿਸ ਡਿਪਾਰਟਮੈਂਟ ਹੈ, ਡੀਸੀ ਨੇ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਦੀਆਂ ਡਿਊਟੀਆਂ ਲਗਾਈਆਂ ਹੁੰਦੀਆਂ ਨੇ, ਉਹਨਾਂ ਦਾ ਸਾਰਿਆਂ ਦਾ ਕੰਮ ਪੂਰੇ ਦਾ ਪੂਰਾ ਅਮਲਾ ਚੋਣਾਂ ਕਰਵਾ ਰਿਹਾ ਹੁੰਦਾ। ਉਹ ਇੱਕ ਛੱਡੋ 10 ਗੱਡੀਆਂ ਆ ਜਾਣਗੀਆਂ, ਏਦਾਂ ਦੇ ਬਹਾਨੇ ਮਾਰ ਰਹੇ ਨੇ ਜਿਵੇਂ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ। ਸੋ ਆਹ ਈਵੀਐਮ ਦਾ ਖੇਡ ਜਿਹੜਾ ਹੈਗਾ ਹੌਲੀ ਹੌਲੀ ਇਹ ਵੀ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਬਿੱਲੀ ਥੱਲਿਓਂ ਬਾਹਰ ਆ ਰਹੀ ਹੈ। ਜਿੱਦਾਂ ਹੁਣ ਪੱਛਮੀ ਬੰਗਾਲ ਦੇ ਵਿੱਚ ਅਮਿਤ ਸ਼ਾਹ ਛਾਤੀ ਠੋਕ ਕੇ ਵੰਗਾਰ ਰਿਹਾ ਕਿ ਮਮਤਾ ਗਈ, ਤੇ ਉਹ 30 ਦੇ ਵਿੱਚੋਂ 26 ਸੀਟਾਂ ਦੀ ਦਾਅਵੇਦਾਰੀ ਠੋਕ ਰਿਹਾ, ਠੋਕ ਵਜਾ ਕੇ ਕਹਿ ਰਿਹਾ ਕਿ 26 ਸੀਟਾਂ ਅਸੀਂ ਲੈ ਕੇ ਜਾਵਾਂਗੇ ਪਹਿਲੇ ਗੇੜ ਦੀਆਂ, ਏਦਾਂ ਜਿੱਤ ਹਾਸਲ ਕਰਾਂਗੇ। ਤੇ ਉਹ ਐਵੇਂ ਥੋੜੀ ਹੋ ਜਾਂਦਾ ਕਿਸੇ ਦਾ। ਤੇ ਇਹ ਸਾਰਾ ਕੁਝ ਪਤਾ ਹੁੰਦਾ ਕਿ ਇੱਥੇ ਇਹ ਮਸ਼ੀਨਾਂ ਬਦਲਣੀਆਂ ਨੇ ਜਾਂ ਵੋਟਿੰਗ ਏਦਾਂ ਹੋਣੀ ਹੈ। ਤੇ ਇਹ ਚੀਜ਼ਾਂ ਹੁਣ ਅਸਮ ਦੇ ਵਿੱਚ ਹੋ ਹੀ ਗਿਆ ਕਲੀਅਰ, ਕਾਰ ਦੇ ਵਿੱਚ ਚੋਰੀ ਹੋਈ ਹੈ ਜਾਂ ਉਹ ਬਦਲੀ ਗਈ ਹੈ ਜਾਂ ਉਹਦੇ ਵਿੱਚ ਵੋਟਾਂ ਨਵੀਆਂ ਭਰੀਆਂ ਗਈਆਂ ਨੇ, ਤਾਂ ਹੁਣ ਉਹੀ ਦੱਸ ਸਕਦੇ ਨੇ ਬੰਦੇ ਜਿਹਨਾਂ ਨੇ। ਬਿਲਕੁਲ, ਕੋਈ ਸਿੱਧੇ ਢੰਗ ਦੇ ਨਾਲ ਕਿਤੇ ਕਬਜ਼ਾ ਹੋ ਜਾਂਦਾ ਪੋਲਿੰਗ ਬੂਥ ਤੇ, ਕਿਤੇ ਸਿੱਧੇ ਢੰਗ ਦੇ ਨਾਲ ਹੋ ਜਾਂਦਾ। ਮਤਲਬ ਕਿ ਬਾਹਰ ਕਲੀਅਰ ਤਾਂ ਹੋ ਹੀ ਜਾਂਦਾ ਕਿ ਈਵੀਐਮ ਦੇ ਨਾਲ ਕੀ ਕੁਝ ਚੱਲ ਰਿਹਾ, ਈਵੀਐਮ ਨੂੰ ਲੈ ਕੇ ਕਿਵੇਂ ਸਰਕਾਰਾਂ ਬਣਦੀਆਂ ਨੇ ਤੇ ਕਿਵੇਂ ਸਰਕਾਰਾਂ ਟੁੱਟਦੀਆਂ ਨੇ। ਤੇ ਅਗਲੀ ਖਬਰ ਪਰਮਿੰਦਰ ਜੀ, ਜਿਹੜੀ ਕਿਸਾਨ ਮੋਰਚੇ ਦੀ ਸਟੇਜ ਹੈ ਸਿੰਘੂ ਬਾਰਡਰ ਦੇ ਉੱਤੇ, ਸੰਯੁਕਤ ਕਿਸਾਨ ਮੋਰਚੇ ਦੀ, ਉਹਨੂੰ ਲੈ ਕੇ ਹੈ ਕਹਿੰਦੇ ਲੱਖੇ ਸਿਧਾਣੇ ਨੂੰ ਤਾਂ ਨਾਲ ਰਲਾ ਲਿਆ, ਹੁਣ ਦੀਪ ਸਿੱਧੂ ਦਾ ਕੀ ਬਣੇਗਾ। ਗੁਰਨਾਮ ਸਿੰਘ ਚਲੂਨੀ ਸਾਫ਼ ਕਹਿ ਰਹੇ ਨੇ ਕਿ ਦੀਪ ਸਿੱਧੂ ਨੂੰ ਕਿਸੇ ਵੀ ਸ਼ਰਤ ਦੇ ਉੱਤੇ ਅਸੀਂ ਮੋਰਚੇ ਦੇ ਨੇੜੇ ਨਹੀਂ ਲੱਗਣ ਦੇਣਾ। ਇਹਨੂੰ ਕਿੱਦਾਂ ਦੇਖਦੇ ਹੋ? ਉਸ ਧੜੇ ਨੂੰ ਜੇ ਆਪਾਂ ਵਿੱਚ ਰੱਖੀਏ ਜਿਹੜਾ ਕਹਿੰਦਾ ਕਿ ਦੀਪ ਸਿੱਧੂ ਨੂੰ ਤੁਸੀਂ ਮੋਰਚੇ ਦੇ ਵਿੱਚ ਅਗਵਾਈ ਦਿਓ। ਨਹੀਂ, ਗੱਲ ਸੁਖਵਿੰਦਰ ਜੀ ਬਾਰ-ਬਾਰ ਇਹੀ ਆਉਂਦੀ ਜਾਂਦੀ ਕਿ ਇਹਨਾਂ ਬੰਦਿਆਂ ਦੀ ਐਡੀ ਕੀ ਦੇਣ ਹੈਗੀ ਹੈ। ਜੇ ਇਹ ਦੋ ਬੰਦੇ ਜੇ ਅੰਦੋਲਨ ਨਾਲ ਰਲ ਜਾਂਦੇ ਨੇ ਜਾਂ ਅੰਦੋਲਨ ਤੋਂ ਬਾਹਰ ਰਹਿ ਜਾਂਦੇ ਨੇ, ਜਾਂ ਇਹਨਾਂ ਚੋਂ ਇੱਕ ਰਲ ਜਾਂਦਾ ਇੱਕ ਬਾਹਰ ਰਹਿ ਜਾਂਦਾ, ਤਾਂ ਕੀ ਘਾਟਾ ਜਾਂ ਕੀ ਵਾਧਾ ਹੋਊਗਾ, ਇਹ ਗੱਲ ਸਮਝ ਤੋਂ ਬਾਹਰ ਹੈ। ਹਾਲਾਂਕਿ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਕਲੀਅਰ ਕੀਤੀ ਆ, ਚਲੂਨੀ ਨੇ ਵੀ ਕੀਤੀ ਆ ਕਿ ਦੀਪ ਸਿੱਧੂ ਨੂੰ ਤਾਂ ਕਿਸੇ ਵੀ ਹਾਲਤ 'ਚ ਅਸੀਂ ਲੈ ਕੇ ਨਹੀਂ ਆਉਣਾ। ਤੇ ਜੇ ਲੱਖੇ ਸਿਧਾਣੇ ਦੀ ਗੱਲ ਕੀਤੀ ਤਾਂ ਉਹਨੇ ਮਹਾਰਾਜ ਦੀ ਰੈਲੀ ਦੀ ਗੱਲ ਕੀਤੀ ਹੈ ਦਰਸ਼ਨਪਾਲ ਹੋਰਾਂ ਨੇ, ਕਿ ਉਹਦੇ ਵਿੱਚ ਵੀ ਦੇਖੋ ਜੋ ਗੱਲ ਕੀਤੀ ਹੈ ਤਾਂ ਉਹ ਕਿਸਾਨਾਂ ਪ੍ਰਤੀ ਕੀਤੀ ਹੈ, ਕਿਸਾਨਾਂ ਦੀ ਗੱਲ ਕੀਤੀ ਹੈ, ਕਿਸਾਨਾਂ ਦੇ ਨਾਲ ਚੱਲਣ ਦੀ ਗੱਲ ਕੀਤੀ ਆ, ਤੇ ਵੱਖਰੇ ਹੋਣ ਦੀ ਜਾਂ ਵੱਖਰਾ ਰਾਗ ਲਾਪਣ ਦੀ ਕੋਈ ਗੱਲ ਨਹੀਂ ਹੋਈ ਹੈਗੀ। ਇਸ ਲਈ ਲੱਖਾ ਸਿਧਾਣਾ ਜਿਹੜਾ ਹੈਗਾ ਨਾਲ ਰਲ ਸਕਦਾ। ਤੇ ਨਾਲੇ ਉਹ ਕਹਿੰਦੇ ਠੀਕ ਹੈ ਇੱਕਾ ਦੁੱਕਾ ਗਲਤੀਆਂ ਹੋਈਆਂ ਪਰ ਕੋਈ ਬਲੈਂਡਰ ਮਿਸਟੇਕ ਨਹੀਂ, ਜਿਵੇਂ ਜਾ ਕੇ ਇੱਥੇ ਇਹਨਾਂ ਨੇ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਤਾ। ਬਲੰਡਰ ਤਾਂ ਦੇਖੋ ਕਿਸੇ ਨੇ ਵੀ ਨਹੀਂ ਕੀਤਾ। ਗੱਲ ਤਾਂ ਇੰਨੀ ਕਿ ਜਿਹੜਾ ਬੰਦਾ ਅਲੱਗ ਤੂਤੀ ਵਜਾਉਂਦਾ ਹੈ, ਆਪਣਾ ਨਿੱਜੀ ਫਾਇਦਾ ਲੈਣਾ ਚਾਹੁੰਦਾ, ਉਹ ਅਨਾਉਂਸ ਕਰਕੇ ਆ ਜਾਵੇ, ਚਾਹੇ ਉਹ ਦੀਪ ਸਿੱਧੂ ਆ। ਬਲੰਡਰ ਜੇ ਉਹਨੂੰ ਕਹੀਏ ਕਿ ਉਹਨੇ ਕਿਹੜਾ ਝੰਡਾ ਜਾ ਕੇ ਲਹਿਰਾਤਾ ਵੀ ਉਹ ਉੱਤੇ ਖੜਾ ਸੀਗਾ। ਗੱਲ ਤਾਂ ਉਹ ਇਹ ਵੀ ਕਰ ਸਕਦਾ ਕਿ ਮੈਨੂੰ ਤਾਂ ਪਤਾ ਨਹੀਂ ਲੱਗਿਆ, ਅਸੀਂ ਗਏ ਜ਼ਰੂਰ ਸੀਗੇ ਉੱਥੇ ਬਾਹਰ ਪ੍ਰਦਰਸ਼ਨ ਕਰਨਾ ਸੀ, ਝੰਡਾ ਲਹਿਰਾਤਾ ਕਿਸੇ ਨੇ, ਮੈਨੂੰ ਕੀ ਪਤਾ, ਮੈਨੂੰ ਕਿਹੜਾ ਪੁੱਛ ਕੇ ਲਹਿਰਾਇਆ। ਗੱਲ ਤਾਂ ਇੰਨੀ ਕਾ ਸਮਝਣ ਦੀ ਗੱਲ ਹੈ। ਜੇ ਦੀਪ ਸਿੱਧੂ ਨੇ ਜਾਂ ਲੱਖੇ ਸਿਧਾਣੇ ਨੇ ਕੋਈ ਪੋਲਿਟਿਕਸ ਦੇ ਵਿੱਚ ਆਉਣਾ ਹੈ ਜਾਂ ਕਿਸੇ ਤਰੀਕੇ ਦੀ ਕੋਈ ਹੋਰ ਗੱਲਬਾਤ ਕਰਨੀ ਹੈ ਤਾਂ ਪਰਸਨਲੀ ਤੌਰ ਤੇ ਗੱਲ ਕਰਨ ਵੀ ਅਸੀਂ ਇਕੱਠ ਦਾ ਫਾਇਦਾ ਲੈਣਾ ਬਈ, ਅਸੀਂ ਵੀ ਚੋਣਾਂ ਲੜਾਂਗੇ, ਅਸੀਂ ਕੱਲ ਨੂੰ ਤੁਹਾਡੀ ਗੱਲ ਕਰਾਂਗੇ, ਅਸੀਂ ਨੁਮਾਇੰਦਗੀ ਭਾਲਦੇ ਆ, ਅਸੀਂ ਹਲਕੇ ਦੀ ਜਾਂ ਕਿਸੇ ਖੇਤਰ ਦੀ ਅਸੀਂ ਨੁਮਾਇੰਦਗੀ ਕਰਾਂਗੇ, ਉੱਥੇ ਵਧੀਆ ਪ੍ਰਸ਼ਾਸਨ ਦੇਵਾਂਗੇ, ਸਾਨੂੰ ਤੁਸੀਂ ਸਾਥ ਦਿਓ, ਅਸੀਂ ਤੁਹਾਡਾ ਸਾਥ ਤਾਂ ਦੇ ਰਹੇ ਹਾਂ। ਸਿੱਧੇ ਤੌਰ ਤੇ ਆਜੋ, ਕੋਈ ਗੱਲ ਨਹੀਂ ਹੈਗੀ।
ਪਰ ਵੱਖਰੇ ਚੱਲਣ ਦਾ ਮਤਲਬ ਨਾ ਵੱਖਰਾ ਹੋ ਕੇ ਅੰਦੋਲਨ ਨੂੰ, ਵੱਖਰੇ ਹੋ ਕੇ ਅੰਦੋਲਨ ਨੂੰ ਐ ਕਹਿ ਲਓ ਖਤਮ ਕਰਨ, ਬਦਨਾਮ ਕਰਨ ਜਾਂ ਢਾਹ ਲਾਉਣ ਵਾਲੀ ਗੱਲ ਹੁੰਦੀ ਹੈ। ਜੇ ਤੁਹਾਨੂੰ ਕਿਸਾਨ, ਜੇ ਤੁਹਾਨੂੰ ਪੰਜਾਬ ਦੇ ਲੋਕ, ਕਿਸਾਨ ਜਾਂ ਨੌਜਵਾਨ ਪੀੜ੍ਹੀ ਤੁਹਾਨੂੰ ਪਸੰਦ ਕਰਦੀ ਹੈ, 1 2 5 10% ਮੰਨ ਲਓ, ਤਾਂ ਤੁਸੀਂ ਉਹਨਾਂ ਦਾ ਫਾਇਦਾ ਲਓ ਨਾ। ਤੁਸੀਂ ਉਹਨਾਂ ਦਾ ਫਾਇਦਾ ਉਹੀ ਕਿਸਾਨ ਅੰਦੋਲਨ ਨੂੰ ਦਿਓ। ਗੱਲ ਤਾਂ ਕਾਨੂੰਨ ਰੱਦ ਕਰਾਉਣ ਦੀ ਕਰੋ ਨਾ। ਜੇ ਤੁਸੀਂ ਲੱਗ ਜਾਣਾ ਆਪਣੀ ਅਨਾਉਂਸਮੈਂਟ ਕਰ ਦਿਓ, ਆਪਣੇ ਪਰਚੇ ਛਪਾ ਕੇ ਬਣ ਦਿਓ ਵੀ ਅਸੀਂ ਚੋਣ ਲੜਾਂਗੇ, ਪਹਿਲਾਂ ਕਾਨੂੰਨ ਰੱਦ ਕਰਾ ਕੇ ਮੁੜਾਂਗੇ, ਹੁਣ ਫਿਰ ਅਸੀਂ ਆ ਕੇ ਐਮਐਲਏ ਐਮਪੀ ਦੀ ਚੋਣ ਲੜਨਾ, ਸਾਡਾ ਸਾਥ ਦਿਓ, ਗੱਲ ਖਤਮ ਹੈ ਉੱਥੇ। ਅਲੱਗ ਚੱਲ ਕੇ, ਅਲੱਗ ਲੀਕ ਵਾਹ ਕੇ, ਅਲੱਗ ਤੁਸੀਂ ਹੁੱਲੜਬਾਜ਼ੀ ਕਰਕੇ ਜਾਂ ਕਰਵਾ ਕੇ ਕਹਿ ਲਓ, ਉਹ ਫਿਰ ਐਂ ਕਹਿ ਲਓ ਕਿ ਅੰਦੋਲਨ ਨੂੰ ਬਦਨਾਮ ਕਰਕੇ ਕੇਂਦਰ ਸਰਕਾਰ ਨੂੰ ਮੌਕਾ ਦੇ ਰਹੀ ਹੈ ਕਿ ਤੁਹਾਡੇ ਤੇ ਉਹ ਸਖਤੀ ਵਰਤੇ, ਤੁਹਾਡੇ ਤੇ ਡੰਡਾ ਚਲਾਵੇ ਤੇ ਤੁਹਾਨੂੰ ਉੱਥੋਂ ਭਜਾਵੇ। ਉਹਦੇ ਨਾਲ ਨੁਕਸਾਨ ਹੋਣਾ ਅੰਦੋਲਨ ਦਾ। ਬਿਲਕੁਲ ਬਿਲਕੁਲ। ਅੱਛਾ, ਆਖਰੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਅਕਾਲੀ ਦਲ ਲਗਾਤਾਰ ਆਪਣੇ ਉਮੀਦਵਾਰ ਐਲਾਨ ਰਿਹਾ, ਤੇ ਕੀ ਲੱਗਦਾ ਇਹਨੂੰ ਕਿੱਦਾਂ ਦੇਖਦੇ ਹੋ? ਗੁਲਜ਼ਾਰ ਸਿੰਘ ਰਣੀਕੇ ਨੂੰ ਉਮੀਦਵਾਰ ਐਲਾਨਣਾ, ਜਿਹੜੇ ਪਹਿਲਾਂ ਵੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ, ਪਸ਼ੂ ਪਾਲਣ ਮੰਤਰੀ ਅਕਾਲੀਆਂ ਦੇ ਵਿੱਚ, ਉਹ ਪਹਿਲਾਂ ਵਿਰਸਾ ਸਿੰਘ ਬਲਟੋਆ ਨੂੰ ਐਲਾਨਿਆ। ਮਤਲਬ ਕਿ ਅਕਾਲੀ ਦਲ ਵੀ ਉਸੇ ਪਾਸੇ ਨੂੰ ਜਾ ਰਿਹਾ ਕਿ ਅਸੀਂ ਜਿਹੜੇ ਸਾਡੇ ਦਿੱਗਜ ਪੁਰਾਣੇ ਨੇ ਉਹਨਾਂ ਨੂੰ ਨਹੀਂ ਛੱਡਣਾ, ਨੌਜਵਾਨਾਂ ਨੂੰ ਲੀਡਰਸ਼ਿਪ ਬਾਅਦ ਚੋਂ ਦਿਆਂਗੇ, ਪਹਿਲਾਂ ਦਿੱਗਜਾਂ ਨੂੰ ਅੱਗੇ ਰੱਖਣਾ। ਨਹੀਂ, ਦਿੱਗਜਾਂ ਨੂੰ ਤਾਂ ਇਹਦੇ ਚ ਗੱਲ ਇੱਕੋ ਹੀ ਕਰਨ ਵਾਲੀ ਹੈ। ਇਹਦੇ ਚ ਤਾਂ ਇਹਦੇ ਦਿੱਗਜਾਂ ਨੂੰ ਅੱਗੇ ਰੱਖਣਾ ਜਾਂ ਪਿੱਛੇ ਰੱਖਣ ਵਾਲੀ ਗੱਲ ਨਹੀਂ ਹੈਗੀ। ਗੱਲ ਤੇ ਇੱਥੇ ਹੈ ਕਿ ਸੁਖਬੀਰ ਬਾਦਲ ਨੂੰ ਡਰ ਹੋਇਆ ਵੀ ਜਿਹੜੇ ਬੰਦੇ ਜਿੱਤਦੇ ਰਹੇ ਆ ਲੰਮਾ ਸਮਾਂ ਜਾਂ ਪਾਰਟੀ ਦੇ ਨਾਲ ਚੱਲੇ ਆ, ਦਿੱਗਜ ਤਾਂ ਚਾਹੇ ਕੋਈ ਵੀ ਨਹੀਂ ਹੁੰਦਾ ਖੈਰ, ਪਰ ਇਹਨਾਂ ਦੇ ਵਿੱਚ ਮੰਨ ਲਓ ਵੀ ਇਹਨਾਂ ਦੇ ਵਿੱਚ ਕਿਹਾ ਜਾਂਦਾ ਕਿ ਦਿੱਗਜ ਨੇ ਪਾਰਟੀ ਦੇ, ਤੇ ਉਹ ਕਿਤੇ ਟੁੱਟ ਕੇ ਦੂਜੇ ਧੜੇ ਨਾਲ ਨਾ ਰਲ ਜਾਣ। ਪਹਿਲਾਂ ਉਹਨਾਂ ਨੂੰ ਐਂ ਕਹ ਲਓ ਟਿਕਟਾਂ ਅਨਾਉਂਸ ਕਰਕੇ ਨਾਲ ਲਾਈ ਰੱਖੋ। ਮੌਕੇ ਤੇ ਜਾ ਕੇ ਕੀ ਸਿਆਸਤ ਖੇਡਣੀ ਹੈ, ਠੀਕ ਹੈ, ਸਮਾਂ ਕਿੱਦਾਂ ਦਾ ਆਉਂਦਾ ਹੈ, ਕਿਹਦੀ ਟਿਕਟ ਕੱਟਦੀ ਹੈ, ਕਿਹਦੀ ਰਹਿੰਦੀ ਹੈ, ਇਹਦਾ ਇੱਕ ਐਂ ਕਹਿ ਲਓ ਕਿ ਇੱਕ ਅਨਾਉਂਸਮੈਂਟ ਕਰਕੇ ਟਿਕਟਾਂ ਦੀ ਨਾਲ ਜੋੜੀ ਰੱਖਣ ਦਾ ਵੀ ਕਵਾਇਦ ਹੋ ਸਕਦੀ ਹੈ ਕਿ ਉਹ ਢੀਂਡਸਾ ਜਾਂ ਬ੍ਰਹਮਪੁਰਾ ਜਾਂ ਹੋਰ ਕਿਸੇ ਗਰੁੱਪ ਦੇ ਨਾਲ ਨਾ ਜਾ ਕੇ ਰਲ ਜਾਣ। ਉਹਨਾਂ ਨੂੰ ਖੁਸ਼ ਰੱਖਣਾ ਵੀ ਹਾਂ ਤੁਹਾਡੀ ਟਿਕਟ ਪੱਕੀ ਹੈ ਜੀ, ਅਨਾਉਂਸ ਕਰਤੀ, ਆਪਣਾ ਸਾਂਭੋ ਹਲਕਾ। ਤੇ ਜਿਹੜੇ ਹਲਕਿਆਂ ਦੇ ਵਿੱਚ ਹੁਣ ਚਲੇ ਗਏ ਬੰਦੇ ਜਾਂ ਨਵੇਂ ਜੁੜ ਰਹੇ ਨੇ ਜਾਂ ਨਵਿਆਂ ਨੇ ਹੁਣ ਕਿਸੇ ਹਲਕੇ ਤੋਂ ਆਸ ਰੱਖੀ ਹੈ, ਉਹ ਤਾਂ ਫੇਰ ਨਿਰਾਸ਼ ਰਹਿਣਗੇ ਨਾ। ਉਹ ਤਾਂ ਹੁਣ ਹੀ ਤੋਂ ਨਿਰਾਸ਼ ਹੋ ਗਏ। ਉਹਨਾਂ ਨੇ ਵੀ ਨਵੇਂ ਘਰ ਤਲਾਸ਼ਣੇ ਸ਼ੁਰੂ ਕਰਦੇ ਹੋਣੇ ਆ ਜਿੱਥੇ ਤੇ ਟਿਕਟਾਂ ਅਨਾਉਂਸਮੈਂਟ ਹੋਈ ਹੈ। ਇਹ ਤਾਂ ਸਿਰਫ ਹੈ ਕਿ ਇੱਕ ਤਾਂ ਸੁਖਬੀਰ ਬਾਦਲ ਜਿਹੜੀ ਹੈ ਕਿ ਫਟਾਫਟ ਆਪਣੀ ਜ਼ਿੰਮੇਵਾਰੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਨੇੜੇ ਜਾ ਕੇ ਮੈਨੂੰ ਆਪਣੀ ਸੀਟਾਂ ਔਰ ਆਪਣੇ ਪਰਿਵਾਰ ਦੀ ਸੀਟਾਂ ਤੇ ਪ੍ਰਚਾਰ ਕਰਨ ਦਾ ਮੌਕਾ ਮਿਲੇ, ਮੈਂ ਇਹਨਾਂ ਚੀਜ਼ਾਂ ਨਾਲ ਰਹਾਂ। ਦੂਜਾ ਇਹ ਵੀ ਇਹੀ ਇੱਕ ਗੱਲ ਬਸ ਵੀ ਕਿ ਉਹਨਾਂ ਲੋਕਾਂ ਨੂੰ ਨਿਰਾਸ਼ ਨਾ ਹੋਣ, ਉਹ ਲੋਕ ਛੱਡ ਕੇ ਨਾ ਚਲੇ ਜਾਣ ਕਿਤੇ ਦੂਜੇ ਗਰੁੱਪ ਨਾਲ, ਨਾ ਵੀ ਉਹਨਾਂ ਨੂੰ ਟਿਕਟ ਦੀ 705 ਰਹੇ ਕਿ ਮੇਰੀ ਪਤਾ ਨਹੀਂ ਪੱਕੀ ਹੋਊ ਜਾਂ ਨਹੀਂ ਹੋਊ। ਜੇ ਪੁਰਾਣੇ ਲੀਡਰ ਜਾਂਦੇ ਨੇ ਤਾਂ ਵੱਡਾ ਘਾਟਾ ਜਿਹੜਾ ਪਹਿਲਾਂ ਪਿਆ ਹੁਣ ਫੇਰ ਪੈ ਸਕਦਾ। ਉਸੇ ਤਹਿਤ ਹੀ ਟਿਕਟਾਂ ਦੀ ਵੰਡ ਹੋ ਰਹੀ ਹੈ ਸਿਰਫ। ਬਿਲਕੁਲ ਬਿਲਕੁਲ ਜੀ, ਸ਼ੁਕਰੀਆ, ਧੰਨਵਾਦ ਪਰਮਿੰਦਰ ਜੀ। ਸ਼ੁਕਰੀਆ ਜੀ, ਧੰਨਵਾਦ ਜੀ। ਸੋ ਮੇਰੇ ਨਾਲ ਖਬਰਾਂ ਟੌਪ ਦੀਆਂ ਦੇ ਵਿੱਚ ਮੌਜੂਦ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਗੱਲਬਾਤ ਕੀਤੀ ਹੈ ਅਸੀਂ ਤਮਾਮ ਉਹਨਾਂ ਵੱਡੀਆਂ ਖਬਰਾਂ ਦੇ ਉੱਤੇ ਜਿਨ੍ਹਾਂ ਦੀ ਚਰਚਾ ਚੱਲ ਰਹੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਏ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।